ਸਤਿਕਾਰਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ 'ਤੇ ਜਿਹੜਾ ਆਪਾਂ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦਾ, ਉਹ ਕਾਫੀ ਇਫੈਕਟਿਵ ਹੋਇਆ ਲਾਸਟ ਵੀਕ ਦੇ ਵਿੱਚ। ਜਿਸ ਤਰ੍ਹਾਂ ਲਾਸਟ ਵੀਕ ਦੇ ਵਿੱਚ ਇੱਕ ਜਿਹੜੀ ਹੈਵੀ ਰਿਕਵਰੀ ਜਿਹੜੀ ਹੋਈ ਆ 38 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਆ। ਉਹਦੇ ਵਿੱਚ ਜਿਹੜਾ ਨਵਾਂ ਟ੍ਰੈਂਡ ਜਿਹੜਾ ਸਾਹਮਣੇ ਆਇਆ ਹੁਣ ਕਿ ਕਾਫੀ ਜਿਹੜੀ ਮਾਤਰਾ ਦੇ ਵਿੱਚ ਜਿਹੜਾ ਡਰੱਗਸ ਆ, ਕਿਉਂਕਿ ਲੈਂਡ ਦੇ ਉੱਤੇ ਕਾਫੀ ਸਖਤੀ ਹੋਈ ਆ, ਇੰਟਰਨੈਸ਼ਨਲ ਬਾਰਡਰ 'ਤੇ ਵੀ ਕਾਫੀ ਸਖਤੀ ਹੋਈ ਆ, ਪੁਲਿਸ ਕਾਫੀ ਐਕਟਿਵ ਆ ਉਹਨਾਂ ਏਰੀਆਜ਼ ਦੇ ਵਿੱਚ। ਤਾਂ ਸੀ ਪੋਰਟ 'ਤੇ ਰਾਹੀਂ ਕਾਫੀ ਡਰੱਗਸ ਦੀ ਜਿਹੜੀ ਆ ਤਾਦਾਦ ਆ ਰਹੀ ਆ। ਜਿਸ ਤਰ੍ਹਾਂ ਹੁਣ ਤੱਕ ਪੰਜਾਬ ਪੁਲਿਸ ਨੇ ਜਿਹੜੀ ਆਪ ਫੜੀ ਆ 38 ਕਿਲੋ ਫੜੀ ਆ। ਇਸ ਤੋਂ ਪਹਿਲਾਂ 2 ਵੱਡੀਆਂ ਕੰਸਾਈਨਮੈਂਟ ਸੀਗੀਆਂ ਜਿਹਦੇ ਵਿੱਚ ਇਫੈਕਟਿਵ ਗਈ ਸੀ, ਜਿਹਦੇ ਵਿੱਚ 75 ਕਿਲੋ ਜਿਹੜੀ ਸੀਗੀ ਉਹ ਜੁਲਾਈ ਦੇ ਵਿੱਚ ਮੁੰਦਰਾ ਪੋਰਟ 'ਤੇ ਫੜੀ ਗਈ ਸੀਗੀ, ਔਰ 72.7 ਕਿਲੋ ਜਿਹੜੀ ਸੀਗੀ ਉਹ ਨਵਾਂ ਸ਼ਿਵਾ ਪੋਰਟ ਦੇ ਵਿੱਚ ਫੜੀ ਗਈ ਸੀਗੀ। ਉਹ ਵੀ ਉਹਦੇ ਵਿੱਚ ਵੀ ਐਕਟਿਵ ਰੋਲ ਜਿਹੜਾ ਸੀਗਾ ਪੰਜਾਬ ਪੁਲਿਸ ਦਾ ਸੀਗਾ। ਸੋ ਇਹ 38 ਕਿਲੋ ਪਾ ਕੇ ਹੁਣ ਤੱਕ 185.5 ਕਿਲੋ ਹੈਰੋਇਨ ਆ, ਜਿਹਦੇ 'ਚ ਜਿਹੜਾ ਹੈ ਮੁੱਢਲੇ ਤੌਰ 'ਤੇ ਇਹੀ ਸਾਬਤ ਹੋਇਆ ਹੈ ਕਿ ਵੀ ਇਹ ਜਿਹੜੀ ਹੈ ਸੀ ਪੋਰਟ ਦੇ ਰਾਹੀਂ ਆਈ ਸੀਗੀ। ਜਿਹੜਾ ਇਸ ਤੋਂ ਇਲਾਵਾ ਜਿਹੜਾ ਪਿਛਲੇ ਹਫਤੇ ਦੀ ਜਿਹੜੀ ਪਰਫਾਰਮੈਂਸ ਰਹੀ ਆ, ਉਹਦੇ ਵਿੱਚ 283 ਟੋਟਲ FIR ਦਰਜ ਕੀਤੀਆਂ ਗਈਆਂ, 370 ਅਕਿਊਜ਼ਡ ਅਰੈਸਟ ਕੀਤੇ ਆ, ਜਿਹਦੇ ਵਿੱਚੋਂ 33 ਜਿਹੜੀਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ FIR ਆ, ਔਰ 55 ਵੱਡੇ ਸਮਗਲਰ ਜਿਹੜੇ ਨੇ ਇਹਨਾਂ 33 FIR ਦੇ ਵਿੱਚ ਇਨਵੋਲਵ ਨੇ ਉਹ ਫੜੇ ਆ। ਮੀਡੀਅਮ ਕੁਆਂਟੀਟੀ ਦੀਆਂ 201 FIR ਆ, ਔਰ ਸਮਾਲ ਕੁਆਂਟੀਟੀ ਦੀਆਂ 49 FIR ਆ। ਸਭ ਤੋਂ ਵੱਧ ਜਿਹੜੀਆਂ FIR ਦਰਜ ਹੋਈਆਂ ਉਹ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ 21, ਔਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 19, ਔਰ ਜਲੰਧਰ ਰੂਰਲ ਦੇ ਵਿੱਚ 18। ਕਮਰਸ਼ੀਅਲ ਕੁਆਂਟੀਟੀ ਦੀਆਂ ਸਭ ਤੋਂ ਵੱਧ FIR 6 ਕਪੂਰਥਲਾ 'ਚ ਦਰਜ ਹੋਈਆਂ, ਔਰ 3 ਸ਼ਹੀਦ ਭਗਤ ਸਿੰਘ ਨਗਰ, ਔਰ ਸੋ ਟੋਟਲ ਜਿਹੜੀ ਰਿਕਵਰੀ ਇਸ ਹਫਤੇ ਦੇ ਦੌਰਾਨ ਹੋਈ ਆ ਉਹ 51 ਗ੍ਰਾਮ ਜਿਹੜੀ ਹੈ ਹੈਰੋਇਨ ਰਿਕਵਰ ਹੋਈ ਆ, 13 ਕਿਲੋ OPM ਰਿਕਵਰ ਹੋਈ ਆ, ਔਰ 779 ਕਿਲੋ ਪੌਪੀ ਹਸਕ, ਔਰ 12 ਕਿਲੋ ਗਾਂਜਾ ਰਿਕਵਰ ਹੋਇਆ, 1,36,000 ਟੈਬਲੇਟਸ। ਔਰ ਜਿਹੜੀ ਮੇਨ ਹੈ ਕਿ ਡਰੱਗ ਮਨੀ ਭਾਰੀ ਮਾਤਰਾ ਦੇ ਵਿੱਚ ਰਿਕਵਰ ਹੋਈ ਆ, ਜਿਹਦੇ 'ਚ 9,000 ਰਿਕਵਰ ਹੋਈ, ਜਿਸ 'ਚੋਂ 78 ਲੱਖ ਤੋਂ ਉੱਪਰ ਜਿਹੜੀ ਡਰੱਗ ਬਣੀ ਆ ਜਲੰਧਰ ਰੂਰਲ ਜ਼ਿਲ੍ਹੇ ਦੇ ਵਿੱਚ ਰਿਕਵਰ ਕੀਤੀ ਗਈ ਹੈ। ਸੋ ਸਪੈਸ਼ਲ ਕੈਂਪੇਨ ਚਲਾਇਆ ਸੀਗਾ ਪਿਛਲੇ ਹਫਤੇ 17 ਪੀ, ਔਰ ਟੋਟਲ ਹੁਣ ਤੱਕ ਜਿਹੜੀ ਫਿਗਰ ਆ 2 ਜੁਲਾਈ ਤੋਂ ਲੈ ਕੇ ਹੁਣ ਤੱਕ ਉਹ 247 PO ਜਿਹੜੇ ਨੇ ਅਰੈਸਟ ਹੋ ਚੁੱਕੇ ਆ। ਸੋ ਫੋਕਸ ਜਿਹੜਾ ਵਾ ਉਹ NDPS ਐਕਟ ਤੇ POs ਦੇ ਉੱਤੇ ਹੈ ਇਹਦੇ ਵਿੱਚ। ਸੋ ਹਰ ਹਫਤੇ ਤਕਰੀਬਨ ਜਿਸ ਤਰ੍ਹਾਂ ਕਿਸੇ ਹਫਤੇ ਜ਼ਿਆਦਾ ਸੀਗੇ, ਇਸ ਹਫਤੇ ਵੀ 17 PO ਜਿਹੜੇ ਨੇ ਫੜੇ ਗਏ ਨੇ। ਸੋ ਇਹ ਕੁੱਲ ਮਿਲਾ ਕੇ ਜਿਹੜੀ ਰਿਕਵਰੀ ਹੋਈ ਆ ਉਹ ਬੜਾ ਵੱਡਾ ਜਿਹੜਾ ਨਵਾਂ ਸ਼ਹਿਰ ਪੁਲਿਸ ਨੇ ਭਗਤ ਸਿੰਘ ਪੁਲਿਸ ਨੇ ਕੀਤਾ ਹੈ, ਔਰ ਉਹਦੇ ਸੀਗਾ ਅਬਸਕੌਂਡਿੰਗ ਸੀਗਾ ਜਿਹੜਾ ਸੋਮਨਾਥ ਨਾਮ ਦਾ, ਉਹ ਵੀ ਫੜਿਆ ਗਿਆ ਵਾ। ਔਰ ਇੱਕ ਜਿਹੜਾ ਮੇਨ ਉਹਦਾ ਕਿੰਗ ਪਿਨ ਆ, ਲੰਬਾ ਚੌੜਾ ਇਹਦਾ ਕ੍ਰਿਮੀਨਲ ਰਿਕਾਰਡ ਆ, ਇਹਦੇ ਖਿਲਾਫ ਕੁੱਲ 20 ਮੁਕੱਦਮੇ ਦਰਜ ਨੇ, ਜਿਹਦੇ ਵਿੱਚ ਦਰਜ ਆ 2 ਐਕਸਪਲੋਸਿਵ ਐਕਟ ਦੇ ਮੁਕੱਦਮੇ ਦਰਜ ਨੇ ਇਹਦੇ ਖਿਲਾਫ, 3 ਐਕਸਾਈਜ਼ ਐਕਟ ਦੇ ਨੇ, ਔਰ ਇੱਕ ਜਿਹੜਾ NDPS ਐਕਟ ਦਾ ਵਾ। ਸੋ ਇਹਦੇ 'ਤੇ ਵੀ ਪੂਰੇ ਲੱਗੇ ਹੋਏ ਆ, ਇਹਦੇ ਬਾਰੇ ਦੇ ਵਿੱਚ ਪੂਰੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇੱਕ ਚੀਜ਼ ਸਾਹਮਣੇ ਆਈ ਸੀਗੀ ਕਿ 2020 ਦੇ ਵਿੱਚ ਇਹਦੇ 'ਤੇ ਹਰਿਆਣਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀਗਾ, ਜਿਹਦੇ 'ਚ ਇਹਨੇ ਫੇਕ ਪਾਸਪੋਰਟ ਬਣਵਾਇਆ ਸੀਗਾ। ਸੋ ਇਹ ਵੀ ਸੰਭਾਵਨਾ ਵੀ ਆ, ਸਸਪੀਸ਼ਨ ਹੈ ਇਸ ਚੀਜ਼ ਦੀ ਕਿ ਹੋ ਸਕਦਾ ਇਹ ਫੇਕ ਪਾਸਪੋਰਟ ਦੇ ਉੱਤੇ ਬਾਹਰ ਚਲਾ ਗਿਆ ਹੋਵੇ। ਸੋ ਜਿਹੜੇ ਮੁਕੱਦਮੇ ਬਾਅਦ 'ਚ ਦਰਜ ਹੋਏ ਉਹਦੇ ਵਿੱਚ ਜਿਹੜੀ ਹੋਈ ਹੈ ਇਹਦੀ ਇਨਵੋਲਵਮੈਂਟ, ਇਹਦੇ ਸਵਾਲ ਸੀਗੇ, ਔਰ ਪੂਰੀ ਐਕਟਿਵ ਇਨਵੋਲਵਮੈਂਟ 120 ਵਿੱਚ ਪਾਈ ਗਈ ਹੈ ਇਹਦੀ। ਅਗਲੇ ਹਫਤੇ 2 ਮਹੀਨੇ ਹੋ ਜਾਣੇ ਆ, ਉਹਦੇ 'ਤੇ ਹੋਰ ਜ਼ਿਆਦਾ ਜ਼ੋਰ ਲਾ ਕੇ ਹੋਰ ਅਗਰੈਸਿਵਲੀ ਰਿਕਵਰੀ ਜਿਹੜੀ ਕੀਤੀ ਜਾ ਰਹੀ ਹੈ। ਉਹ ਵੈਰੀਫਾਈ ਕਰ ਰਹੇ ਆ, ਪਰ ਜਿਹੜੀ ਗੱਲ ਪਿੱਛੇ ਸਾਹਮਣੇ ਆਈ ਸੀ ਵੀ ਰਿੰਦੇ ਨਾਲ ਵੀ ਇਹਦਾ ਰਿਲੇਸ਼ਨ ਪਾਇਆ ਗਿਆ ਸੀਗਾ, ਉਹਦੇ 'ਚ ਵੀ ਇਹਦੀ ਸ਼ਮੂਲੀਅਤ ਪਾਈ ਗਈ। ਇਨਸੀਡੈਂਟ ਹੋਇਆ ਸੀਗਾ ਮਾਰਚ ਦੇ ਵਿੱਚ 2022 'ਚ, ਉਹਦੇ 'ਚ ਵੀ ਇਹਦੀ ਰਿੰਦੇ ਦੇ ਨਾਲ ਜਿਹੜੇ ਆ ਇਹਦੇ ਸਬੰਧ ਜਿਹੜੇ ਉਹ ਸਟੈਬਲਿਸ਼ ਹੁੰਦੇ ਆ ਮੁੱਢਲੇ ਤੌਰ 'ਤੇ। ਇਹਦੀ ਜਿਹੜੀ ਤਫਤੀਸ਼ ਆ ਹੋਰ ਡੂੰਘਾਈ ਦੇ ਵਿੱਚ ਜਾਰੀ ਆ, ਕਰਨਾ ਪਏਗਾ ਕਿ ਇਹ ਬਾਹਰ ਆ ਤਾਂ ਕਿਹੜੇ ਦੇਸ਼ 'ਚ ਆ। ਉਹਦੇ ਵਾਸਤੇ ਜਿਹੜੀ ਪ੍ਰਕਿਰਿਆ ਹੁੰਦੀ ਹੈ, ਕਾਰਨਰ ਨੋਟਿਸ ਇਸ਼ੂ ਕੀਤਾ ਜਾਂਦਾ, ਫਿਰ ਉਹਦਾ ਕੰਟਰੀ ਐਸਟੈਬਲਿਸ਼ ਕਰਕੇ ਫਿਰ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਸੋ ਇਹਦਾ ਤਿਆਰ ਕੀਤਾ ਜਾ ਰਿਹਾ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਇਹਦੇ ਬਾਹਰ ਹੋਣ ਦੀ ਸੰਭਾਵਨਾ ਹੈਗੀ ਹੈ।
ਦੀ ਇਨਵੈਸਟੀਗੇਸ਼ਨ ਸਾਹਮਣੇ ਆ ਰਿਹਾ ਹੈ ਕਿਉਂਕਿ ਸੋਨੂ ਖੱਤਰੀ ਲਗਾਤਾਰ ਇਸ ਤਰ੍ਹਾਂ ਦੀ ਜਿਹੜੀ ਵੱਡੀ ਤਸਕਰੀ ਹੈ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ। ਦੇਖੋ ਇਹ ਜਿਹੜਾ ਬੰਦਾ ਮੇਨ ਜਿਹੜਾ ਫੜਿਆ ਗਿਆ ਇਹਦੇ ਚ ਕੁਲਵਿੰਦਰ ਰਾਮ ਏਲੀਅਸ ਕਿੰਦਾ ਪੁੱਛਗਿੱਛ ਇੱਕ ਗੱਲ ਤਾਂ ਇਹ ਸਾਹਮਣੇ ਆਈ ਹੈ ਕਿ ਥਰੂ ਇਹਨੂੰ ਕਿਸੇ ਇੱਕ ਐਪ ਦੇ ਥਰੂ ਇਹਦੇ ਨਾਲ ਉਹਨੇ ਇਹਨੂੰ ਦੱਸ ਕੇ ਭੁਜ ਦੇ ਲਾਗੇ ਦੋ ਬੰਦੇ ਮਿਲਣਗੇ ਜਿਹੜੇ ਤੈਨੂੰ ਇਹ ਕੰਸਾਈਨਮੈਂਟ ਦੇਣਗੇ ਜਿਹੜੀ 38 ਕਿਲੋ ਦੀ ਆ ਉਹ ਲੈ ਕੇ ਆ ਰਿਹਾ ਸੀ। ਪੁੱਛਗਿੱਛ 'ਚ ਨੇ ਇਹ ਵੀ ਦੱਸਿਆ ਕਿ ਦੋ ਕੰਸਾਈਨਮੈਂਟ ਸੋਨੂ ਦੇ ਕਹਿਣ ਤੇ ਤੋਂ ਵੀ ਲੈ ਕੇ ਆਇਆ, ਜੰਮੂ ਕਸ਼ਮੀਰ ਤੋਂ ਵੀ ਲੈ ਕੇ ਆਇਆ, ਜਿਹਦੇ 'ਚ ਇੱਕ 20 ਕਿਲੋ ਦੀ ਸੀਗੀ, ਇੱਕ 10 ਕਿਲੋ ਦੀ ਸੀਗੀ। ਸੋ ਇਹ ਸਾਰਾ ਜਿਹੜਾ ਕਿਉਂਕਿ ਇਹਨਾਂ ਦਾ ਮੋਡਸ ਆਪਰੈਂਡੀ ਇਹੀ ਹੁੰਦਾ ਹੈ ਕਿ ਪਹਿਲਾਂ ਉਹਨੇ ਦੱਸਿਆ ਕਿ ਤੂੰ ਉੱਥੋਂ ਲੈ ਕੇ ਆਉਣੀ ਆ, ਜਦੋਂ ਜੇ ਇਹ ਨਾ ਫੜਿਆ ਜਾਂਦਾ ਫਿਰ ਇਹਨੇ ਫਰਦਰ ਇਹਨੂੰ ਦੱਸਣਾ ਸੀਗਾ ਵੀ ਇਹਨੂੰ ਕਿੱਥੇ ਡਿਲੀਵਰ ਕਰਨਾ ਵਾ। ਸੋ ਕਿੰਗ ਪਿਨ ਇਹੀ ਆ, ਇਹਦੀ ਇਨਵੋਲਵਮੈਂਟ ਆਈ ਹੈ ਜਿਸ ਤਰ੍ਹਾਂ ਕਸ਼ਮੀਰ ਔਰ ਇਸ ਏਰੀਆ ਦੇ ਵਿੱਚ ਔਰ ਇਹਨਾਂ ਏਰੀਆ 'ਚ ਸਖਤੀ ਵੱਧ ਗਈ ਆ, ਤਾਂ ਸ਼ਾਇਦ ਇਹਨਾਂ ਨੇ ਉਹ ਵਾਲਾ ਰੂਟ ਚੂਜ਼ ਕਰ ਲਿਆ ਕਿ ਵੀ ਪੋਰਟ ਦੇ ਥਰੂ ਲਿਆਂਦਾ ਜਾਵੇ। ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਸੋਨੂ ਖੱਤਰੀ ਦੀ ਗੱਲ ਕੀਤੀ ਵੀ ਰਿੰਦੇ ਨਾਲ ਇਹਦੀ ਇਨਵੋਲਵਮੈਂਟ ਹੈਗੀ ਆ, ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਕੋਰਿਲੇਟਡ ਹੈਗੀਆਂ ਨੇ। ਹੋ ਸਕਦਾ ਹੈ ਸਮਾਜ ਦੇ ਵਿੱਚ ਐਕਟਿਵ ਜਿਹੜਾ ਇਸ ਟਾਈਮ ਪ੍ਰੈਜ਼ੈਂਟ ਗੈਂਗਸਟਰ ਆ ਉਹਦੇ ਬਾਰੇ 'ਚ ਤਾਂ ਜਦੋਂ ਇਹ ਫੜਿਆ ਜਾਏਗਾ ਉਹ ਬੰਦਾ ਫੜਿਆ ਉਹ ਤਾਂ ਫਰਦਰ ਇਹਦਾ ਇੱਕ ਕੈਰੀਅਰ ਸੀਗਾ ਜਿਹੜਾ ਇਹ ਕੁਲਵਿੰਦਰ ਕਿੰਦਾ ਫੜਿਆ ਵਾ, ਇਹ ਬਿੱਟੂ ਫੜਿਆ ਵਾ, ਉਸ ਤੋਂ ਬਾਅਦ ਅੱਗੇ ਫਰਦਰ ਡਿਸਕਲੋਜ਼ ਹੋਏਗਾ ਇਸ ਚੀਜ਼ ਦੇ ਬਾਰੇ 'ਚ। ਉਹਦੀ ਓਟ ਦੇ ਵਿੱਚ ਆਉਂਦੀਆਂ, ਕੋਈ ਬਿਜ਼ਨਸ ਕਰਦਾ ਹੈ, ਕੋਈ ਜਿੱਦਾਂ ਇੱਕ ਕੱਪੜੇ ਦੀ ਕੰਸਾਈਨਮੈਂਟ ਚਾਹੀ ਸੀਗੀ, ਇੱਕ ਹੋਰ ਕੰਸਾਈਨਮੈਂਟ ਚਾਹੀ ਸੀਗੀ। ਸੋ ਇਹ ਜਿਹੜੀ ਚੀਜ਼ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਦੇ ਬਾਰੇ ਆਇਡੈਂਟੀਫਿਕੇਸ਼ਨ ਨਹੀਂ ਹੋਈ, ਸੋ ਮੋਸਟਲੀ ਜਿਹੜੀਆਂ ਪੋਰਟ ਦੇ ਥਰੂ ਆਉਂਦੀਆਂ ਉਹ ਕਿਸੇ ਨਾ ਕਿਸੇ ਬਿਜ਼ਨਸ ਦੀ ਆੜ ਦੇ ਵਿੱਚ ਆਉਂਦੀਆਂ। ਸੋ ਇਹ ਕਿਸੇ ਬਿਜ਼ਨਸ ਕੰਸਾਈਨਮੈਂਟ ਦੀ ਉਹਦੀ ਆੜ ਦੇ ਵਿੱਚ ਆਈ। ਹਾਂ, ਸਾਡੀ ਟੀਮ ਜਿਹੜੀ ਆ ਗੁਜਰਾਤ ਜਿਹੜੇ ਇੱਕ DSP ਲੈਵਲ ਦੇ ਆਫੀਸਰ ਤੇ ਉਹਨਾਂ ਦੀ ਟੀਮ ਗਈ ਹੋਈ ਆ, ਉਹ ਪਹੁੰਚ ਗਏ ਉੱਥੇ ਔਰ ਫਰਦਰ ਇਸ ਚੀਜ਼ ਨੂੰ ਪੂਰਾ ਤਹਿ ਤੱਕ ਇਨਵੈਸਟੀਗੇਟ ਕਰਨਗੇ, ਭੁਜ ਵੀ ਜਾਣਗੇ, ਜਿਹੜੀ ਪੋਰਟ ਦਾ ਸਸਪੀਸ਼ਨ ਆ ਉੱਥੇ ਵੀ ਜਾਣਗੇ। ਸੋ ਸਾਰੀ ਤਫਤੀਸ਼ ਜਿਹੜੀ ਆ SSP ਨਵਾਂਸ਼ਹਿਰ ਦੀ ਸੁਪਰਵਿਜ਼ਨ ਚੱਲ ਰਹੀ ਹੈ ਔਰ ਟੀਮਸ ਗਈਆਂ ਹੋਈਆਂ ਗੁਜਰਾਤ ਦੇ ਵਿੱਚ। ਜਿਹੜਾ ਹੁੰਦਾ ਨਾ ਇਹਦੇ 'ਚ ਸੀਨ ਰੀਕਨਸਟਰਕਟ ਆਪਾਂ ਕਰਦੇ ਹਾਂ, ਇਹਨਾਂ ਨੂੰ ਪੂਰਾ ਰੂਟ ਸਟੈਬਲਿਸ਼ ਕਰਨਗੇ ਤਾਂ ਜੋ ਅੱਗੇ ਤੋਂ ਫਰਦਰ ਉਹਦੇ ਵਾਸਤੇ ਆਪਾਂ ਪ੍ਰੀਵੈਂਟਿਵ ਸਟੈਪਸ ਕੀ ਲੈਣੇ ਆ, ਬਾਕੀ ਸਟੇਟਸ ਨਾਲ ਕਿੱਦਾਂ ਦੀ ਕੋਆਰਡੀਨੇਸ਼ਨ ਚਾਹੀਦੀ ਹੈ, ਉੱਥੋਂ ਹੀ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੱਕ ਤਰ੍ਹਾਂ ਦੀ ਗਾਈਡਲਾਈਨ ਮਿਲਦੀਆਂ ਉਸ ਬੰਦੇ ਦੇ ਬਾਰੇ। ਜਦੋਂ ਅਰੈਸਟ ਹੋਏਗਾ ਉਸ ਤੋਂ ਬਾਅਦ ਹੀ ਨਹੀਂ, ਹੈਂਡਓਵਰ ਨਹੀਂ, ਉਹਨਾਂ ਨੇ ਪਹਿਲਾਂ ਹਾਂਜੀ ਉਹ ਸਾਰਾ ਅਜੇ ਉਹ ਇਨਵੈਸਟੀਗੇਸ਼ਨ ਚੱਲਦੀ ਪਈ। ਐਕਚੁਅਲੀ ਕੀ ਕਰਦੇ ਤੇ ਜਿੱਦਾਂ ਆਪਾਂ ਨੈਟ ਦੇ ਜਨਰੇਟਡ ਨੰਬਰਸ ਹੁੰਦੇ, ਇੱਕ ਬੰਦੇ ਨੂੰ ਦੂਜੇ ਬੰਦੇ ਦਾ ਪਤਾ ਹੀ ਨਹੀਂ ਹੁੰਦਾ ਜਿਹਨੂੰ ਹੈਂਡਓਵਰ ਕਰਨੀ ਹੁੰਦੀ ਹੈ। ਸੋ ਇਹ ਹੁਣ ਕਿਉਂਕਿ ਕੱਲ ਹੀ ਅਜੇ ਅਰੈਸਟ ਕੀਤਾ, ਰਿਮਾਂਡ ਲਿਆ ਵਾ, ਤਦ ਸਾਹਮਣੇ ਆਉਣਾ ਉਹਦੇ ਤੋਂ ਬਾਅਦ। ਸਰ ਇੱਕ ਸਵਾਲ ਹੈ ਗੈਂਗਸਟਰਾਂ ਨੂੰ ਵੀ ਲੈ ਕੇ, ਜਿਹਦਾ ਤੁਸੀਂ ਐਪ ਦੀ ਗੱਲ ਕੀਤੀ, ਜਦ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਉੱਤੇ ਵੀ ਕਈ ਬੈਠ ਕੇ ਗੱਲ ਕਰਦੇ ਸੀ। ਹੁਣ ਇੱਕ ਗੱਲ ਹੋਰ ਆ ਰਹੀ ਹੈ ਕਿ ਜਿਹੜੇ ਫੇਸਬੁੱਕ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਇਹ ਵੈਪਨਸ ਵੇਚਣ ਦੀ ਗੱਲ ਆ ਰਹੀ ਹੈ, एक ग्रुप बना के कि सेल करने वेपन्स ਤੁਸੀਂ ਕਰਨੇ। ਚੰਡੀਗੜ੍ਹ ਪੁਲਿਸ ਹਾਲਾਂਕਿ 1000 ਤੋਂ ਵੀ ਵੱਧ ਇਹਦੇ ਵਿੱਚ ਜਿਹੜੇ ਫੇਸਬੁੱਕ ਪੇਜ ਉਹ ਬੰਦ ਕਰ ਚੁੱਕੀ ਹੈ। ਪੰਜਾਬ ਪੁਲਿਸ ਇਹਦੇ ਵਿੱਚ ਕੁਝ ਕਰ ਰਹੀ ਹੈ ਕਿਉਂਕਿ ਇਹ ਸਿਗਨਲ ਐਪ ਹੋ ਗਿਆ ਜਾਂ ਹੋਰ ਸੋਸ਼ਲ ਮੀਡੀਆ। ਦੇਖੋ ਸਾਡੀ ਜਿਹੜੀਆਂ ਰੈਗੂਲਰਲੀ ਇਹਨਾਂ ਐਪਸ ਨੂੰ ਮੋਨੀਟਰ ਕਰਦੀਆਂ, ਕੋਈ ਵੀ ਐਂਟੀ ਨੈਸ਼ਨਲ ਕੋਈ ਵੀ ਕਿਸੇ ਤਰ੍ਹਾਂ ਦੀ ਯੂ ਕੈਨ ਸੇ ਕੋਈ ਐਕਟੀਵਿਟੀ ਜਿਹੜੀ ਇਲੀਗਲ ਐਕਟੀਵਿਟੀ ਨਜ਼ਰ ਆਉਂਦੀ ਤਾਂ ਉਹਦੇ ਤੇ ਆਪਾਂ ਸਾਰੇ ਪ੍ਰੀਕਾਸ਼ਨਸ ਲੈਂਦੇ ਹਾਂ। ਆਲਰੇਡੀ ਸਾਡਾ ਸਾਈਬਰ ਸੈੱਲ ਦਾ ਸਟੇਟ ਦਾ ਇੱਕ ਜਿਹੜਾ ਵਰਕ ਕਰਦਾ, ਉਹਨਾਂ ਦਾ ਆਪਣਾ ਸੋਸ਼ਲ ਮੀਡੀਆ ਸੈੱਲਸ ਬਣੇ ਹੋਏ ਆ। ਸੋ ਰੈਗੂਲਰਲੀ ਮੋਨੀਟਰ ਕਰਦੇ, ਜਿੱਥੇ ਜ਼ਰੂਰਤ ਪੈਂਦੀ ਆ ਉੱਥੇ ਇੰਟਰਵਿਊ ਆਪਾਂ ਜਿਹੜੀਆਂ ਚੀਜ਼ਾਂ ਪਬਲਿਕਲੀ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ, ਬਟ ਕਾਫੀ ਅਚੀਵਮੈਂਟਸ ਜਿਹੜੀਆਂ ਨੇ ਇਹਨਾਂ ਐਪਲੀਕੇਸ਼ਨਸ ਦੇ ਥਰੂ ਵੀ ਮਿਲਦੀਆਂ ਨੇ ਪੁਲਿਸ ਨੂੰ। ਸਰ ਜਿੱਦਾਂ ਅੱਜ ਗੋਲਡੀ ਬਰਾੜ ਨੇ ਇੱਕ ਵਾਰ ਫਿਰ ਪੋਸਟ ਪਾਈ ਤੇ ਬਠਿੰਡਾ ਦੇ ਜਿਹੜੇ ਉਹਦਾ ਨਾਂ ਲਿਖਿਆ ਬਕਾਇਦਾ ਤੇ ਆਪਣੇ ਬੰਦਿਆਂ ਦਾ ਵੀ ਨਾਂ ਲਿਖਿਆ, ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਕੁੱਟਮਾਰ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ DGP ਸਿੱਧੇ ਤੌਰ ਤੇ ਮੈਂ ਦੇਖੀ ਨਹੀਂ, ਬਟ ਜਿਹੜਾ ਜੇਲ੍ਹ ਦਾ ਇਸ਼ੂ ਸੀਗਾ ਉਹਦੇ ਤੇ ਮਾਨਯੋਗ ਜਿਹੜੇ ਮੰਤਰੀ ਸਾਹਿਬਾਨ ਉਹਨਾਂ ਨੇ ਆਲਰੇਡੀ ਸਟੇਟਮੈਂਟ ਦਿੱਤੀ ਆ। ਹਾਂਜੀ, ਸੋ ਬਾਰੇ ਕੁਝ ਕਹਿਣਾ ਜਿਹੜੀ ਅਵੇਅਰਨੈਸ ਜਰਨਲ ਕਹਿ ਰਹੇ ਡਰੱਗਸ ਦੇ ਖਿਲਾਫ, ਹਾਂ ਉਹ ਸਾਡੀ ਚੱਲ ਰਹੀ ਹੈ। ਦੇਖੋ ਹਰ ਬਰਨਾਲਾ ਜ਼ਿਲ੍ਹਾ ਹੈ ਉਹਨਾਂ ਨੇ ਸਪੋਰਟਸ ਟੂਰਨਾਮੈਂਟ ਆਰਗੇਨਾਈਜ਼ ਕਰਾਇਆ ਸੀਗਾ, ਜਿਸ ਤਰ੍ਹਾਂ ਮਲੇਰਕੋਟਲਾ ਦੇ ਵਿੱਚ ਉਹਨਾਂ ਨੇ 7 ਸਕੀਮ ਚਲਾਈ ਸੀਗੀ। ਸੋ ਹਰ ਜ਼ਿਲ੍ਹਾ ਆਪੋ ਆਪਣੇ ਤਰੀਕੇ ਦੇ ਨਾਲ, ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਬੀਟ ਆਫੀਸਰਸ ਦੇ ਥਰੂ ਕਰ ਰਿਹਾ ਵਾ। ਸੋ ਉਹ ਪ੍ਰੋਸੈਸ ਆਲਰੇਡੀ ਔਨ ਆ।
ਨਾਲ ਹੀ ਮੈਂ ਇੱਕ ਕਹਿੰਦੇ ਨੇ ਗੱਲ ਕਿ ਪੰਜਾਬ ਪੁਲਿਸ ਕੋਲ ਹਥਿਆਰ ਇੱਕ ਬਹੁਤ ਜ਼ਿਆਦਾ ਹੈ, ਤਾਂ ਉਸ ਦੇ ਨਾਲ ਹੀ X-19 ਉਹਨਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ ਸੁਰੱਖਿਆ ਕਰਮੀਆਂ ਨੂੰ ਜ਼ਿਆਦਾਤਰ। ਨਹੀਂ, ਉਹ ਐਗਜ਼ਾਮਿਨ ਕਰ ਲਾਂਗੇ ਜੀ, ਜ਼ਰੂਰਤ ਹੋਏਗੀ ਤਾਂ ਜ਼ਰੂਰ ਕੀਤਾ ਜਾਏਗਾ ਉਹ ਤਾਂ, ਕਿਉਂਕਿ ਉਹ ਅਲੱਗ ਤੋਂ ਸਾਡਾ ਸਿਕਿਉਰਿਟੀ ਵਿੰਗ ਹੈ ਜਿਹੜਾ ਦੇਖਦਾ ਵਾ ਉਹਨੂੰ। ਬਟ ਜਿਹੜੇ ਵੀ ਕੰਸਰਨ ਸਿਕਿਉਰਿਟੀ ਕੰਸਰਨ ਆ ਉਹ ਵੀ ਵਿਲ ਇਨਸ਼ੋਰ ਕਿ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਸਰ ਜਿਹੜੇ ਹੈਗੇ ਆ ਗੈਂਗਸਟਰ ਆ ਬੜੇ ਖਤਰਨਾਕ ਗੈਂਗਸਟਰ ਜਿਨ੍ਹਾਂ ਦੇ ਵਿੱਚ ਛੋਟੇ ਕੇਸਾਂ ਦੇ ਵਿੱਚ ਨੌਜਵਾਨ ਚਲੇ ਜਾਂਦੇ ਆ ਤੇ ਉਹ ਮਿਲਦੇ ਆ ਜਾਂ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਕੀ ਚਿੰਤਕ ਹੈ ਪੁਲਿਸ ਵਿਭਾਗ? ਬਿਲਕੁਲ ਹੈਗਾ ਜੀ। ਮੋਸਟਲੀ ਤਾਂ ਜਿਹੜੇ ਗੈਂਗਸਟਰ ਨੇ, ਜਿਹੜੇ ਹਾਰਡਕੋਰ ਕ੍ਰਿਮੀਨਲਸ ਨੇ, ਉਹਨਾਂ ਨੂੰ ਵੱਖਰੇ ਏਰੀਆਜ਼ ਦੇ ਵਿੱਚ ਹੀ ਰੱਖਿਆ ਜਾਂਦਾ। ਹਰ ਜੇਲ੍ਹ ਦੇ ਵਿੱਚ ਅਲੱਗ ਤੋਂ ਇੱਕ ਸਿਕਿਉਰਿਟੀ ਜ਼ੋਨ ਆ, ਉੱਥੇ ਰੱਖਿਆ ਜਾਂਦਾ। ਬਹੁਤ ਰੇਅਰ ਹੋਏਗਾ, ਅਦਰਵਾਈਜ਼ ਉਹ ਮਿਕਸਅਪ ਨਹੀਂ ਹੁੰਦੇ। ਨਾਰਮਲ ਜਿਹੜੇ ਆਮ ਕ੍ਰਿਮੀਨਲਸ ਆ, ਜਿਹੜੇ ਛੋਟੇ ਕੇਸਿਸ 'ਚ ਜਾਂਦੇ ਆ, ਉਹ ਹਾਰਡਕੋਰ ਕ੍ਰਿਮੀਨਲਸ ਦੇ ਨਾਲ ਉਹਨਾਂ ਨੂੰ ਮਿਕਸਅਪ ਨਹੀਂ ਹੋਣ ਦਿੱਤਾ ਜਾਂਦਾ। ਜਿਹੜਾ ਇੱਕ ਪਾਰਟੀ ਹਾਰਡਕੋਰ ਕ੍ਰਿਮੀਨਲ ਦੀ ਹਿਸਟਰੀ ਸ਼ੁਰੂ ਹੈਗੇ ਜਿਹੜੇ ਤੇ ਉਹ ਜਿਹੜੇ ਨਵੇਂ ਸਲੀਪਰ ਜਿਹਨਾਂ ਡਰੱਗਸ ਪੈਟਰਨ ਕਹਿੰਦੇ ਨੇ ਉਹਨਾਂ ਨਾਲ ਇਨਵੋਲਵਮੈਂਟ ਹੁੰਦੀ ਹੈ, ਉਹ ਕਿੱਦਾਂ ਫਾਈਂਡ ਆਊਟ ਕਰੋ ਉਸ ਚੀਜ਼ ਨੂੰ ਦੇਖਾ? ਕਈ ਤਰੀਕੇ ਹੁੰਦੇ ਆ ਜੀ ਇਹਦੇ 'ਚ, ਥਰੂ ਸੋਰਸਿਸ ਵੀ ਹੁੰਦਾ, ਇੰਟੈਲੀਜੈਂਸ ਦੇ ਥਰੂ ਵੀ ਹੁੰਦਾ, ਟੈਕਨੀਕਲੀ ਵੀ ਹੁੰਦਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਬਲਿਕ ਨਹੀਂ ਦੇਖੋ, ਇਹ ਤਾਂ ਹਮੇਸ਼ਾ ਤੋਂ ਹੀ ਹੈ ਜੀ। ਹਮੇਸ਼ਾ ਤੋਂ ਹੀ ਜਿਹੜਾ ਹਾਰਡਕੋਰ ਕ੍ਰਿਮੀਨਲ ਹੁੰਦਾ ਹੈ ਜਾਂ ਇਸ ਤਰ੍ਹਾਂ ਦੇ ਕ੍ਰਿਮੀਨਲ ਹੁੰਦੇ ਆ ਜਾਂ ਵੱਡੇ ਸਮਗਲਰ ਹੁੰਦੇ ਆ, ਉਹ ਬਿਲਕੁਲ ਆਮ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਉਹਨਾਂ ਨੂੰ ਹੀ ਯੂਜ਼ ਕਰਦੇ ਜ਼ਿਆਦਾਤਰ। ਹੁਣ ਜਿੱਦਾਂ ਇਹ ਨਵਾਂ ਸ਼ਹਿਰ ਦੇ ਵਿੱਚ 2 ਬੰਦੇ ਫੜੇ ਆ, ਇਹ 'ਚੋਂ ਜਿਹੜਾ ਕੁਲਵਿੰਦਰ, ਇਹਦਾ ਤਾਂ ਕ੍ਰਿਮੀਨਲ ਰਿਕਾਰਡ ਹੈਗਾ, ਇਹ 'ਤੇ ਇੱਕ FIR ਪਹਿਲਾਂ ਹੈਗੀ ਸੀਗੀ। ਦੂਸਰੇ ਜਿਹੜੇ ਬੰਦੇ ਆ, ਬਿੱਟੂ ਆ ਜਿਹੜਾ ਬਲਾਚੌਰ ਦਾ ਫੜਿਆ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਸੋ ਉਹ ਕੋਸ਼ਿਸ਼ ਕਰਦੇ ਆ, ਸਾਰੇ ਕੇਸਿਸ ਦੇ ਵਿੱਚ ਹੀ ਹੁੰਦਾ ਵਾ, ਔਰ ਉਹਦੇ 'ਤੇ ਪੂਰੀ ਵਾਚ ਰਹਿੰਦੀ ਆ, ਉਸ ਚੀਜ਼ ਨੂੰ ਦੇਖਿਆ ਜਾਂਦਾ। ਸੋਸ਼ਲ ਮੀਡੀਆ ਦੀ ਗੱਲ ਕੀਤੀ ਆ, ਉਹ ਵੀ ਐਕਟੀਵਿਟੀਜ਼ 'ਤੇ ਵੀ ਨਜ਼ਰ ਰਹਿੰਦੀ, ਕੌਣ ਕੀ ਕਰ ਰਿਹਾ, ਕਿਤੇ ਤਾਂ ਹਰ ਕੇਸ ਦੇ ਵਿੱਚ FIR ਦਰਜ ਕਰਕੇ ਹੀ ਤਫਤੀਸ਼ ਕੀਤੀ ਜਾਵੇ। ਬਹੁਤ ਚੀਜ਼ਾਂ ਜਿਹੜੀਆਂ ਇਨਫਾਰਮਲ ਲੈਵਲ 'ਤੇ ਵੀ ਚੈੱਕ ਕੀਤੀਆਂ ਜਾਂਦੀਆਂ। ਸਰ ਜਿਹੜੀ ਇੱਕ ਹੋਰ ਅੰਮ੍ਰਿਤਸਰ ਰੂਰਲ ਨੇ ਕਦੀ ਕਾਮਯਾਬੀ ਕੀਤੀ ਹੈ, ਜਦ ਭਗਵਾਨਪੁਰੀ ਦੇ ਜਿਹੜੇ 6 ਗੈਂਗਸਟਰ ਫੜੇ ਗਏ ਉਹਨਾਂ ਦੇ ਸਾਥੀ ਹੈ, ਉਹਨਾਂ ਨੂੰ ਕੋਲੋਂ ਵੀ 1.5 ਕਿਲੋ ਹੈਰੋਇਨ, ਹਥਿਆਰ, ਡਰੱਗਸ ਬਣੀ, ਉਹ ਕਾਫੀ ਕੁਝ ਜਿਹੜਾ ਹੈਗਾ ਉਹ ਇਹਦੇ ਵਿੱਚ ਸੁਣੀ ਸਰ। ਨਹੀਂ, ਉਹ ਸੈਪਰੇਟਲੀ ਨਾ SSP ਜਿਹੜੇ ਰੂਰਲ ਨੇ ਉਹਨਾਂ ਨੇ ਕੀਤੀ ਪ੍ਰੈਸ ਕਾਨਫਰੰਸ, ਸੋ ਉਹ ਡਿਟੇਲ ਤੁਸੀਂ ਉੱਥੋਂ ਲੈ ਸਕਦੇ ਸਰ ਹੋ। ਇੱਕ ਸਵਾਲ ਹੁੰਦਾ ਹੈ, ਇੱਕ ਸਵਾਲ ਹੁੰਦਾ ਸਰ, ਰਿੰਦਾ ਨੇ ਇੱਕ ਹੋਰ ਮੇਲ ਕੀਤੀ ਹੈ, ਉਹਦੇ ਵਿੱਚ ਅੰਮ੍ਰਿਤਸਰ ਆਏ ਦੀ ਮਾਮਲੇ 'ਚ ਉਹਨੇ ਕਿਹਾ ਹੈ ਕਿ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਬੰਦਿਆਂ ਦੇ ਪਰਿਵਾਰ ਵਾਲੇ ਨੂੰ ਤੰਗ ਕਰ ਰਹੇ ਹਨ ਉਹਨਾਂ ਨੂੰ ਅਸੀਂ ਦੇਖ ਲਾਂਗੇ, ਸਾਨੂੰ ਉਹਦੇ ਠਿਕਾਣੇ ਵੀ ਪਤਾ ਹੈ। ਪੁਲਿਸ ਵਾਲੇ ਨੂੰ ਕਿਹਾ ਹੈ ਕਿ ਅਸੀਂ ਸਾਨੂੰ ਸਭ ਜਾਣਦੇ ਹਾਂ। ਸਿੱਧਾ ਤੌਰ 'ਤੇ ਧਮਕੀ ਹੈ। ਸਰ ਇਹ ਚੀਜ਼ਾਂ ਤੁਸੀਂ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਨੀ ਹੈ, ਜਿੱਥੇ ਇਨਸੀਡੈਂਟ ਹੋਇਆ ਫੇਅਰਲੀ ਇਨਵੈਸਟੀਗੇਟ ਕਰਨਾ, ਲਾਅ ਦੇ ਮੁਤਾਬਕ ਕਾਰਵਾਈ ਕਰਨੀ ਆ। ਉਹਦੇ ਵਿੱਚ ਕੋਈ ਕੀ ਕਹਿ ਰਿਹਾ, ਉਹ ਚੀਜ਼ਾਂ ਪੁਲਿਸ ਵਾਸਤੇ ਮੈਟਰ ਨਹੀਂ ਕਰਦੀਆਂ। ਪੁਲਿਸ ਨੇ ਤਾਂ ਆਪਣਾ ਕੰਮ ਜਿਹੜਾ ਐਜ਼ ਪਰ ਲਾਅ ਕਰਨਾ ਹੀ ਕਰਨਾ ਹੈ। ਸਰ ਇਸ ਤੇ ਜਿਹੜੀ ਮੇਲ ਹੋਈ ਹੈ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਪਾ ਕੇ ਦੇਖੋ, ਇਹ ਜਿਹੜੇ ਮੈਸੇजेस ਆਉਂਦੇ ਆ, ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਔਥੈਂਟਿਸਿਟੀ ਨਹੀਂ ਪਤਾ ਹੁੰਦੀ ਕੀ ਹੈਗੀ ਆ। ਸੋ ਇਹ ਚੀਜ਼ਾਂ ਵੀ ਚੈੱਕ ਕਰਨੀਆਂ ਪੈਂਦੀਆਂ। ਅਦਰਵਾਈਜ਼ ਆਲਸੋ ਪੁਲਿਸ ਨੇ ਆਪਣਾ ਕੰਮ ਉਸੇ ਪੇਸ 'ਤੇ ਉਸੇ ਤਰੀਕੇ ਦੇ ਨਾਲ ਕਰਨਾ ਹੀ ਕਰਨਾ ਵਾ। ਕੋਈ ਵੀ ਬੰਦਾ, ਜਿਹੜਾ ਬੰਦਾ ਗੈਰ ਕਾਨੂੰਨੀ ਕੰਮ ਕਰਦਾ, ਉਹ ਤਾਂ ਚਾਹੁੰਦਾ ਹੀ ਹੈ ਕਿ ਮੇਰੇ ਖਿਲਾਫ ਕਾਰਵਾਈ ਨਾ ਹੋਵੇ। ਸੋ ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰਨੀ ਕਰਨੀ ਹੈ। ਦੇਖੋ, ਜਿੰਨੇ ਬੰਦੇ ਵਾਂਟਡ ਨੇ, ਜਿਨ੍ਹਾਂ ਦਾ ਕੰਟਰੀ ਜਿੱਥੇ ਉਹ ਰਹਿ ਰਹੇ, ਜਿਹਦਾ ਪਤਾ ਹੈ ਆਲਰੇਡੀ, ਮੈਂ ਜਿੱਦਾਂ ਕਿ ਦੱਸਿਆ ਸੀਗਾ ਕਿ RCN ਆਪਾਂ ਇਸ਼ੂ ਕਰਦੇ ਪਹਿਲਾਂ, ਰੈੱਡ ਕਾਰਨਰ ਨੋਟਿਸ। ਉਹ ਬੇਸਿਕਲੀ ਹੁੰਦਾ ਪਤਾ ਲਾਉਣ ਲਈ ਕਿ ਬੰਦਾ ਕਿਹੜੇ ਦੇਸ਼ ਦੇ ਵਿੱਚ ਬੈਠਾ ਹੈ। ਉਸ ਤੋਂ ਬਾਅਦ ਜਦੋਂ ਇਹ ਐਸਟੈਬਲਿਸ਼ ਹੋ ਜਾਂਦਾ ਕਿ ਉਹ ਫਲਾਣੇ ਕੰਟਰੀ ਦੇ ਵਿੱਚ ਬੈਠਾ ਹੈ, ਫਿਰ ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਸਟਾਰਟ ਹੁੰਦਾ। ਪੁਰਾਣੇ ਜਿਹੜੇ ਕ੍ਰਿਮੀਨਲਸ ਨੇ, ਉਹਨਾਂ ਦੇ ਕਈਆਂ ਦੇ ਐਕਸਟ੍ਰਾਡੀਸ਼ਨ ਦੇ ਕੇਸਿਸ ਚੱਲ ਰਹੇ ਆ। ਕਈ ਰੈੱਡ ਕਾਰਨਰ ਨੋਟਿਸ ਕਈਆਂ ਦਾ ਇਸ਼ੂ ਹੋਇਆ ਹੈ, ਕਈਆਂ ਦਾ ਹੁਣ ਕੀਤੀ ਹੁਣੇ। ਇਹਦਾ ਸਸਪੀਸ਼ਨ ਆ ਕਿ ਬਾਹਰ ਆ, ਇਹਦਾ ਹੁਣ ਰੈੱਡ ਕਾਰਨਰ ਨੋਟਿਸ ਇਸ਼ੂ ਕੀਤਾ ਜਾਏਗਾ। ਸੋ ਸਿਮਿਲਰਲੀ ਹਰ ਇੱਕ ਜਿਹੜਾ ਵੀ ਬੰਦਾ ਵਾਂਟਡ ਐਂਡ ਜਿਹਦਾ ਐਸਟੈਬਲਿਸ਼ਡ ਆ, ਉਹ ਪ੍ਰੋਸੈਸ ਚੱਲ ਰਿਹਾ ਵਾ ਐਗਜ਼ੈਕਟ। ਦੇਖੋ, ਇਹ ਜਿਹੜੇ ਪ੍ਰੋਸੈਸ ਹੁੰਦੇ ਆ ਨਾ ਜੀ, ਜਿੱਦਾਂ ਮੈਂ ਦੱਸਿਆ RCN ਐਕਸਟ੍ਰਾਡੀਸ਼ਨ 'ਚ ਫਰਦਰ ਹੁੰਦਾ ਕਿਹੜੇ ਦੇਸ਼ ਨਾਲ ਤੁਹਾਡੀ ਐਕਸਟ੍ਰਾਡੀਸ਼ਨ ਟ੍ਰੀਟੀ ਹੈਗੀ ਆ। ਸੋ ਇਹ ਬਹੁਤ ਕਈ ਦੇਸ਼ਾਂ ਨਾਲ ਬੜੀ ਫਟਾਫਟ ਹੁੰਦਾ ਹੈ, ਕਈਆਂ ਨਾਲ ਬੜਾ ਲੰਬਾ ਪ੍ਰੋਸੈਸ ਲੱਗਦਾ ਵਾ। ਬਟ ਨਹੀਂ, ਜਿਹੜੇ ਮੈਂ ਕਹਿ ਰਿਹਾ, ਜਿਹੜਾ ਕੇਸ ਦੇ ਵਿੱਚ ਜਦੋਂ ਕੋਈ ਬੰਦਾ, ਮੈਨੂੰ ਤੁਸੀਂ ਸਪੈਸੀਫਿਕ ਕੇਸ ਦੀ ਕਿਹਦੀ ਗੱਲ ਕਰ ਰਹੇ ਇਹ ਨਹੀਂ ਪਤਾ, ਜਿਹੜਾ ਬੰਦਾ ਵਾਂਟਡ ਹੁੰਦਾ ਕਿਸੇ ਕੇਸ ਦੇ ਵਿੱਚ, ਉਹਦਾ RCN ਇਸ਼ੂ ਹੁੰਦਾ ਹੈ, ਫਿਰ ਉਹ ਐਸਟੈਬਲਿਸ਼ ਸਪੈਸੀਫਿਕ। ਗਿੱਲ ਸਾਹਿਬ, ਇੱਕ ਜਿਹੜੇ ਬਾਹਰ ਬੈਠੇ ਆ ਤੇ ਨੌਜਵਾਨਾਂ ਨੂੰ ਫਸਾ ਵੀ ਰਹੇ ਨੇ। ਕੱਲ੍ਹ ਹੀ ਜਲੰਧਰ ਦੇ ਵਿੱਚ ਵੀ ਜਿਹੜੇ ਉੱਥੇ ਖਾਲਿਸਤਾਨ ਦੇ ਕੁਝ ਨਾਅਰੇ ਲਿਖੇ ਗਏ ਆ, ਉਹਨਾਂ ਦੇ ਖਿਲਾਫ ਵੀ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ, ਉਹਨੂੰ ਲਿਆਉਣ ਉਹ FIR ਜੋ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਬਾਕੀਆਂ ਵਾਸਤੇ, ਸੇਮ ਪ੍ਰੋਸੈਸ ਚੱਲ ਰਿਹਾ ਜੀ ਸਾਰੇ ਕੇਸਿਸ ਦੇ ਵਿੱਚ। ਉਹ 'ਚ FIR ਵੀ ਦਰਜ ਹੈ,
ਔਰ ਜਿਹੜੀ ਫਰਦਰ ਜੋ ਲੀਗਲ ਪ੍ਰੋਸੀਜਰਸ ਆ ਉਹ ਸਾਰੇ ਕੀਤੇ ਜਾ ਰਹੇ ਉਹਦੇ ਵਿੱਚ ਵੀ। ਡਰੱਗ ਓਵਰਡੋਜ਼ ਨਾਲ ਉਧਰੋਂ ਦੀ ਜੋ ਵੀ ਆ ਰਿਹਾ ਉਹਦੇ ਬਾਰੇ ਤਾਂ ਆਪਾਂ ਗੱਲ ਕਰ ਰਹੇ ਹਾਂ, ਪਰ ਡਰੱਗ ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਚੈਰਿਟੀ ਬਿਗਿਨਸ ਐਟ ਹੋਮ, ਮਤਲਬ ਇੱਧਰ ਵੱਲ ਸਾਡਾ ਧਿਆਨ ਕੁਝ ਬਿਲਕੁਲ ਹੈਗਾ ਜੀ। ਦੇਖੋ ਇਹਦੇ 'ਚ ਜਿਹੜਾ ਪਹਿਲਾ ਪਾਰਟ ਆਪਾਂ ਗੱਲ ਕੀਤਾ ਉਹ ਤਾਂ ਇਨਫੋਰਸਮੈਂਟ ਦੀ ਆ। ਇਨਫੋਰਸਮੈਂਟ ਕਈ ਲੈਵਲ ਤੇ ਹੁੰਦੀ ਆ, ਜਿੱਦਾਂ ਆਪਾਂ ਇੰਟਰਨੈਸ਼ਨਲ ਬਾਰਡਰ ਦੀ ਗੱਲ ਕੀਤੀ, ਉੱਥੋਂ ਰੋਕਣਾ ਵੀ ਇਨਫੋਰਸਮੈਂਟ ਆ, ਇੰਟਰ ਸਟੇਟ ਬਾਰਡਰ ਤੇ ਰੋਕਣਾ ਵੀ ਇਨਫੋਰਸਮੈਂਟ ਆ। ਉਸ ਤੋਂ ਬਾਅਦ ਦੇ ਵਿੱਚ ਇਨਫੋਰਸਮੈਂਟ ਦੇ ਨਾਲ ਨਾਲ ਜਿਹੜੀਆਂ ਦੋ ਚੀਜ਼ਾਂ ਹੋਰ ਜ਼ਰੂਰੀ ਹੁੰਦੀਆਂ, ਰੀਹੈਬਿਲਿਟੇਸ਼ਨ ਤੇ ਅਵੇਅਰਨੈਸ ਵੀ ਜ਼ਰੂਰੀ ਆ। ਔਰ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਆਪਾਂ ਇੰਨੇ ਕੇਸਿਸ ਦੀ ਗੱਲ ਕੀਤੀ ਆ, 200 ਕੁਝ ਕੇਸਿਸ ਦਰਜ ਹੋਏ ਆ, 300 ਜਿਹੜੇ 70 ਬੰਦੇ ਫੜੇ ਗਏ ਆ, ਉਹ ਸਾਰੇ ਗਰਾਊਂਡ ਲੈਵਲ ਤੋਂ ਫੜੇ ਜਾਂਦੇ ਆ ਮੋਸਟਲੀ, ਜਿਹੜੇ ਡੇ ਟੂ ਡੇ ਬੇਸਿਸ ਤੇ ਕੰਮ ਕਰ ਰਹੇ ਆ। ਸੋ ਸਾਰੀਆਂ ਚੀਜ਼ਾਂ ਵੱਲ ਧਿਆਨ ਆ। ਪੁਲਿਸ ਸਟੇਸ਼ਨ ਜਿੱਦਾਂ ਹਰ ਵਿੱਚ ਨੇ ਹੌਟ ਸਪੌਟਸ ਆਪਾਂ ਆਇਡੈਂਟੀਫਾਈ ਕਰਦੇ ਆ, ਕਿਹੜੇ ਏਰੀਆਜ਼ ਦੇ ਵਿੱਚ ਚੀਜ਼ਾਂ ਹੈਗੀ ਆ, ਉਸ ਬੇਸਿਸ ਤੇ ਕਾਰਵਾਈ ਕੀਤੀ ਜਾਂਦੀ। ਸੋ ਮੋਸਟਲੀ ਜਿਹੜਾ ਕੰਮ ਗਰਾਊਂਡ ਲੈਵਲ ਤੇ ਜ਼ਿਆਦਾ ਹੁੰਦਾ, ਸੋ ਉਹਦੇ ਵੱਲ ਤਵੱਜੋ ਦਿੱਤੀ ਜਾ ਰਹੀ ਹੈ। ਡੈਥਸ ਜਿਹੜੀਆਂ ਹੁੰਦੀਆਂ ਹੈ ਉਹ ਹੁੰਦੀਆਂ ਹੈ, ਇਹ 'ਚ ਕੋਈ ਡਾਊਟ ਨਹੀਂ ਹੈ, ਬਟ ਉਹ ਕਈ ਕਾਰਨ ਹੁੰਦੇ ਆ। ਉਹਨੂੰ ਐਸਟੈਬਲਿਸ਼ ਕਰਨਾ ਕਿ ਉਹ ਵਾਕਿਆ ਡਰੱਗ ਡੈਥ ਆ, ਸਭ ਤੋਂ ਪਹਿਲਾਂ ਤਾਂ ਇਹ ਇੰਪੋਰਟੈਂਟ ਆ। ਫਿਰ ਉਹ ਕੀ ਉਹਦੇ ਬੈਕਗਰਾਊਂਡ ਕੀ ਸੀਗੀ, ਔਰ ਈਵਨ ਉਸ ਕੇਸਿਸ ਦੇ ਵਿੱਚ ਵੀ FIR ਦਰਜ ਕਰਕੇ ਈਵਨ ਤਹਿ ਤੱਕ ਜਾਇਆ ਜਾਂਦਾ ਹੈ। ਜੇ ਕਿਸੇ ਦੀ ਡੈਥ ਹੋਈ ਹੈ, ਕਿੱਥੋਂ ਲੈ ਕੇ ਆਇਆ ਸੀ ਜਾਂ ਸਪਲਾਇਰ ਕੌਣ ਸੀਗਾ, ਉਹਦੇ ਤੇ ਵੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ। ਸੋ ਇਹ ਜਿਹੜਾ ਇੰਟਰਨੈਸ਼ਨਲ ਜਾਂ ਇੰਟਰ ਸਟੇਟ ਬਾਰਡਰਸ ਦਾ ਇੱਕ ਪਾਰਟ ਆ। ਵਿਦਿਨ ਦੀ ਸਟੇਟ ਵੀ ਆਪਾਂ ਦੇਖੋ ਹਰ ਯੂਨਿਟ ਆ, ਫਿਰ ਡਿਸਟ੍ਰਿਕਟ ਆ, ਫਿਰ ਸਟੇਟ ਆ। ਤੋ SHO ਨੇ ਆਪਣੇ ਪੁਲਿਸ ਸਟੇਸ਼ਨ ਤੇ ਉਨੀ ਨਿਗਰਾਨੀ ਰੱਖਣੀ ਹੈ ਜਿੰਨੀ SSP ਨੇ ਆਪਣੇ ਜ਼ਿਲ੍ਹੇ ਦੇ ਉੱਤੇ ਰੱਖਣੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਜਿਹੜੇ ਬੰਦੇ ਦੇ ਨਾਮ ਦੱਸੇ ਜਾ ਰਹੇ ਸੀ, ਕੋਈ ਲੱਗਿਆ ਉਹਨਾਂ ਦਾ ਪਤਾ ਨਹੀਂ ਕੌਣ ਹੈ? ਤੇ ਉਹ SSP ਜਿਹੜੀ ਨਾ ਉਹਦੇ 'ਚ SIT ਬਣੀ ਹੈ ਜੀ, ADGP AGTF ਦੇ ਅੰਡਰ। ਬਟ ਉਹ ਜੋ ਜਿਸ ਤਰ੍ਹਾਂ SSP ਸਾਹਿਬ ਨਾਲ ਗੱਲ ਹੋਈ ਸੀ, ਜੋ ਉਹਨਾਂ ਦੇ ਪੇਰੈਂਟਸ ਲਿਖਾਉਣਗੇ, ਉਹ ਸਾਰੇ ਪਹਿਲੂਆਂ ਦੇ ਉੱਤੇ ਤਫਤੀਸ਼ ਹੋਏਗੀ ਉਹਦੇ ਵਿੱਚ। ਸਰ ਹਮੇਸ਼ਾ ਜਿਹੜਾ ਐਂਟੀ ਡਰੱਗ ਅਸੀਂ ਕੈਂਪੇਨ ਚਲਾਉਂਦੇ ਨੇ, ਜਦੋਂ ਸ਼ਾਰਟੇਜ ਹੋ ਜਾਂਦੀ ਹੈ ਡਰੱਗਸ ਦੇ ਵਿੱਚ, ਉਹ ਰਿਫਲੈਕਟ ਹੋ ਜਾਂਦਾ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਜੀ ਜੀ ਉਹ ਰਿਫਲੈਕਟ ਹੋ ਰਿਹਾ ਨਹੀਂ ਉਹ ਹੋ ਰਿਹਾ ਜੀ, ਉਹ ਹੋ ਰਿਹਾ ਹੈ। ਹੁਣ ਫਿਗਰਸ ਇੱਕਦਮ ਨਹੀਂ, ਕਿਉਂਕਿ ਸਾਡੇ ਓਟ ਸੈਂਟਰਸ ਵੀ ਕੰਮ ਕਰਦੇ ਆ, ਜਿਹੜੇ ਰੀਹੈਬਿਲਿਟੇਸ਼ਨ ਸੈਂਟਰਸ ਆ ਵੱਡੇ, ਉਸ ਤੋਂ ਉੱਪਰਲੇ ਲੈਵਲ ਤੇ ਉਹ ਵੀ ਕਰਦੇ ਆ। ਔਰ ਗਰਾਊਂਡ ਲੈਵਲ ਤੇ ਇਸ ਚੀਜ਼ ਦਾ ਅਸਰ ਦਿਖਦਾ ਹੈ ਨਾਲ ਦੀ ਨਾਲ ਹੀ। ਦੇਖੋ ਜਦੋਂ ਸਪਲਾਈ ਘਟਦੀ ਹੈ, ਨੈਚੁਰਲੀ ਜਿਹੜਾ ਬੰਦਾ ਐਡਿਕਟ ਆ ਉਹਨੂੰ ਵਿਡਰੋਲ ਸਿੰਪਟਮਸ ਹੋਣੇ ਆ, ਉਹਨੂੰ ਜ਼ਰੂਰਤ ਪੈਣੀ ਆ, ਆਪਣੀ ਰੀਹੈਬਿਲਿਟੇਸ਼ਨ ਦੀ ਵੀ ਜ਼ਰੂਰਤ ਪੈਣੀ ਆ। ਸੋ ਉਹ ਸਾਰੇ ਪਹਿਲੂ ਜਿਹੜੇ ਆ ਤਦੇ ਕਿ ਇਨਫੋਰਸਮੈਂਟ ਦੇ ਨਾਲ ਨਾਲ ਰੀਹੈਬਿਲਿਟੇਸ਼ਨ ਵੀ ਹੋਣੀ ਜ਼ਰੂਰੀ ਆ। ਸੋ ਉਹਦੇ 'ਚ ਬਾਕੀ ਡਿਪਾਰਟਮੈਂਟਸ ਦਾ ਵੀ ਯੋਗਦਾਨ ਆ, ਹੈਲਥ ਡਿਪਾਰਟਮੈਂਟ ਦਾ ਸਭ ਤੋਂ ਵੱਡਾ ਯੋਗਦਾਨ ਉਹਦੇ ਵਿੱਚ। ਸੋ ਉਹ ਵੀ ਲਿਆ ਜਾ ਰਿਹਾ ਨਾਲ ਦੀ ਨਾਲ ਹੀ। ਵੱਧਦੇ ਆ ਜੀ, ਹਾਂਜੀ ਹਮੇਸ਼ਾ ਵੱਧਦੇ ਆ। ਹੁਣ ਜਿਸ ਤਰ੍ਹਾਂ ਆਪਾਂ ਜਦੋਂ ਦੀ ਇਹ ਕੈਂਪੇਨ ਸ਼ੁਰੂ ਕੀਤੀ, ਉਦੋਂ ਦੇ ਵੀ ਵਧੇ ਆ ਪੇਸ਼ੈਂਟਸ। ਦੀਪਕ ਮੋਦੀ ਦੇ ਹੋਰ ਵੀ ਜਿਹੜੇ ਐਕਟਿਵ ਨੇ ਉਹ ਹਜੇ ਤੱਕ ਫਰਾਰ, ਉਹਦੇ 'ਚ ਕੁਝ ਅਪਡੇਟ ਪੁਲਿਸ ਨਹੀਂ ਉਹ ਐਫਰਟ ਕਰ ਰਹੇ ਜੀ। ਦੇਖੋ ਮੇਨ ਚਾਰਜ ਸ਼ੀਟ ਉਹਨਾਂ ਨੇ ਦੇ ਦਿੱਤੀ ਹੈ। ਜਿਹੜੇ ਬਾਕੀ ਦੋਸ਼ੀ ਰਹਿੰਦੇ, 2 ਦੀ ਡੈਥ ਹੋ ਗਈ ਆ, ਬਾਕੀ ਜਿਹੜੇ ਦੋਸ਼ੀ ਰਹਿੰਦੇ ਉਹਦੇ ਤੇ ਆਲਰੇਡੀ ਅਗਰੈਸਿਵਲੀ ਲੱਗੇ ਹੋਏ ਆ, ਔਰ ਉਮੀਦ ਆ ਮੈਨੂੰ ਜਲਦੀ ਸਫਲਤਾ ਮਿਲ ਜਾਏਗੀ। ਸਾਰਿਆਂ ਦਾ ਪ੍ਰੋਸੈਸ ਆਨ ਚੱਲ ਰਿਹਾ ਜੀ, ਉਹਨਾਂ ਦਾ ਵੀ ਚੱਲ ਰਿਹਾ, ਤੇ ਦੋਨਾਂ ਦਾ ਲੋਕਲ ਫੜਿਆ ਜਾਣ ਵਾਲਾ ਉਹਦਾ ਵੀ ਆਲਰੇਡੀ ਅਗਰੈਸਿਵਲੀ ਉਹਦੇ 'ਚ ਵੀ ਚੱਲ ਰਿਹਾ ਐਫਰਟਸ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।